Good morning, students. In this lecture, we discuss place of economic planning with reference to liberalization, privatization, and globalization, and Niti Aayog. ਇੰਡੀਅਨ ਇਕੋਨਮੀ ਜਿਹੜੀ ਇੱਕ ਮਿਕਸਡ ਇਕੋਨਮੀ ਆ ਜਿਸ ਦੇ ਵਿੱਚ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਦੋਨਾਂ ਦੇ ਕਰੈਕਟਰਿਸਟਿਕਸ ਅਵੇਲੇਬਲ ਹੁੰਦੇ ਆ। 1991 ਤੋਂ ਪਹਿਲਾਂ ਜਿਹੜਾ ਪਬਲਿਕ ਸੈਕਟਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਇੰਡੀਆ ਦੇ ਵਿੱਚ, ਬਟ ਵਿਦ ਦੀ ਅਡੋਪਟੇਸ਼ਨ ਆਫ ਨਿਊ ਇਕਨੋਮਿਕ ਪੋਲਿਸੀ 1991 ਉਸ ਤੋਂ ਬਾਅਦ ਜਿਹੜਾ ਪ੍ਰਾਈਵੇਟ ਸੈਕਟਰ ਦੇ ਰੋਲ ਨੂੰ ਉਸ ਦੀ ਇੰਪੋਰਟੈਂਸ ਜ਼ਿਆਦਾ ਵੱਧ ਗਈ। ਪਹਿਲਾਂ ਜਿਹੜੇ ਏਰੀਆ ਸਿਰਫ ਪਬਲਿਕ ਸੈਕਟਰ ਦੇ ਲਈ ਰਿਜ਼ਰਵ ਸੀ ਉਸਨੂੰ ਪ੍ਰਾਈਵੇਟ ਸੈਕਟਰ ਦੇ ਲਈ ਵੀ ਓਪਨ ਕਰ ਦਿੱਤਾ ਗਿਆ। New economic policy has given three new concepts to the economy. First is liberalization, second is privatization, and third is globalization. Liberalization means it refers to procedure, simplification, removal of restrictions, delicensing, and removal of unnecessary bureaucratic hurdles. ਪਹਿਲਾਂ ਇੰਡਸਟਰੀਜ਼ ਸੈਕਟਰ ਦੇ ਉੱਪਰ ਬਹੁਤ ਜ਼ਿਆਦਾ ਸਪੈਸ਼ਲੀ ਪ੍ਰਾਈਵੇਟ ਸੈਕਟਰ ਦੇ ਉੱਪਰ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਸੀ। ਉਹਨਾਂ ਨੂੰ ਲਾਇਸੈਂਸ ਲੈਣੇ ਪੈਂਦੇ ਸੀਗੇ ਕੋਈ ਵੀ ਇੰਡਸਟਰੀ ਸੈਟਅਪ ਕਰਨ ਦੇ ਲਈ। ਬਾਅਦ ਵਿੱਚ ਨਿਊ ਇਕਨੋਮਿਕ ਪੋਲਿਸੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲਿਬਰਲ ਕਰ ਦਿੱਤਾ ਗਿਆ, ਸਿੰਪਲੀਫਿਕੇਸ਼ਨ ਕਰ ਦਿੱਤਾ ਗਿਆ। ਨੈਕਸਟ ਪੁਆਇੰਟ ਇਜ਼ ਪ੍ਰਾਈਵੇਟਾਈਜੇਸ਼ਨ। ਇਟ ਰੈਫਰਸ ਟੂ ਓਪਨਿੰਗ ਦਾ ਇਕੋਨਮੀ ਫੋਰ ਪ੍ਰਾਈਵੇਟ ਸੈਕਟਰ। ਪਹਿਲਾਂ ਜਿਹੜਾ ਨਿਊ ਇਕਨੋਮਿਕ ਰੀਫੋਰਮਸ ਤੋਂ ਪਹਿਲਾਂ ਜਿਹੜੇ ਜ਼ਿਆਦਾਤਰ ਏਰੀਆ ਸੀ ਉਹ ਪਬਲਿਕ ਸੈਕਟਰ ਦੇ ਲਈ ਰਿਜ਼ਰਵ ਸੀ। ਪ੍ਰਾਈਵੇਟਾਈਜੇਸ਼ਨ ਤੋਂ ਬਾਅਦ ਉਹ ਸਾਰੇ ਜਿਹੜੇ ਏਰੀਆਜ਼ ਨੂੰ ਉਹ ਪ੍ਰਾਈਵੇਟ ਸੈਕਟਰ ਦੇ ਲਈ ਵੀ ਉਹਨਾਂ ਨੂੰ ਓਪਨ ਕਰ ਦਿੱਤਾ ਗਿਆ। ਹੁਣ ਇਸ ਟਾਈਮ ਦੇ ਵਿੱਚ ਇਕਨੋਮਿਕ ਡਿਵੈਲਪਮੈਂਟ ਦੇ ਲਈ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਦਿੱਤੀ ਜਾਂਦੀ ਆ। ਪਹਿਲਾਂ ਸਿਰਫ ਪਬਲਿਕ ਸੈਕਟਰ ਨੂੰ ਹੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ। ਨੈਕਸਟ ਇਜ਼ ਗਲੋਬਲਾਈਜੇਸ਼ਨ। ਇਟ ਰੈਫਰਸ ਟੂ ਓਪਨਿੰਗ ਦਾ ਡੋਮੈਸਟਿਕ ਇਕੋਨਮੀ ਫॉर ਫੋਰਨ ਐਂਟਰਪ੍ਰਾਈਜ਼ਸ। ਗਲੋਬਲਾਈਜੇਸ਼ਨ ਮੀਨਸ ਕਿ ਅਸੀਂ ਫੋਰਨ ਐਂਟਰਪ੍ਰਾਈਜ਼ਸ ਦੇ ਲਈ ਆਪਣੀ ਡੋਮੈਸਟਿਕ ਇਕੋਨਮੀ ਨੂੰ ਓਪਨ ਕਰ ਦਿੱਤਾ ਗਿਆ ਕਿ ਤਾਂ ਜੋ ਕਿਸੇ ਵੀ ਕੰਟਰੀ ਦੇ ਨਾਲ ਟਰੇਡ ਫੋਰਨ ਟਰੇਡ ਕੀਤਾ ਜਾ ਸਕੇ ਅਤੇ ਬਾਹਰਲੀਆਂ ਕੰਪਨੀਜ਼ ਹੋ ਗਈਆਂ ਜਿਹੜੀਆਂ ਫੋਰਨ FDI ਫੋਰਨ ਡਾਇਰੈਕਟ ਇਨਵੈਸਟਮੈਂਟ ਸੀ ਉਹ ਇੰਡੀਆ ਦੇ ਵਿੱਚ ਆ ਕੇ ਇਨਵੈਸਟਮੈਂਟ ਕਰ ਸਕਣ। ਨੀਡ ਫੋਰ ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ, globalization and planning in the present context is as follow. First point is need for privatization. ਪ੍ਰਾਈਵੇਟਾਈਜੇਸ਼ਨ ਦੀ ਨੀਡ ਇਸ ਕਰਕੇ ਮਹਿਸੂਸ ਹੋਈ ਬਿਕੋਜ਼ ਕਿ ਜਿਹੜਾ ਪਬਲਿਕ ਸੈਕਟਰ ਸੀ ਉਸਦੀਆਂ ਬਹੁਤ ਸਾਰੀਆਂ ਯੂਨਿਟਸ ਜਿਹੜੀਆਂ ਸੀਗੀਆਂ ਉਹ ਲੋਸ ਵਿੱਚ ਚੱਲ ਰਹੀਆਂ ਸੀਗੀਆਂ, ਠੀਕ ਹੈ, ਲੋਸ ਨਾਲ ਸਫਰ ਕਰ ਰਹੀਆਂ ਸੀ। ਇਸ ਕਰਕੇ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਨਿਊ ਇਕਨੋਮਿਕ ਪੋਲਿਸੀ ਦੇ ਵਿੱਚ ਤਾਂ ਜੋ ਇਕੋਨਮੀ ਦੇ ਵਿੱਚ ਜਿਹੜਾ ਕੰਪੀਟੀਸ਼ਨ ਇਨਕਰੀਜ਼ ਹੋਵੇ ਅਤੇ ਉਸ ਨਾਲ ਕੀ ਹੁੰਦੀ ਹੈ ਜਿਹੜੇ ਪ੍ਰਾਈਵੇਟ ਸੈਕਟਰ ਅਤੇ ਪਬਲਿਕ ਸੈਕਟਰ ਦੋਨਾਂ ਦੀ ਐਫੀਸ਼ੀਐਂਸੀ ਅਤੇ ਪ੍ਰੋਡਕਟੀਵਿਟੀ ਵੀ ਇਨਕਰੀਜ਼ ਕਰਦੀ ਆ। ਨੈਕਸਟ ਇਜ਼ ਨੀਡ ਫੋਰ ਲਿਬਰਲਾਈਜੇਸ਼ਨ। ਇੰਡੀਅਨ ਇੰਡਸਟਰੀਜ਼ ਨੂੰ ਗਲੋਬਲ ਲੈਵਲ 'ਤੇ ਕੰਪੀਟੀਟਿਵ ਬਣਾਉਣ ਦੇ ਲਈ ਇਹ ਜ਼ਰੂਰੀ ਸੀ ਕਿ ਗਵਰਨਮੈਂਟ ਉਹਨਾਂ ਦੇ ਜਿਹੜੇ ਲਾਇਸੈਂਸ ਸਿਸਟਮ ਸੀ ਉਹਨਾਂ ਨੂੰ ਸਿੰਪਲੀਫਾਈਡ ਕੀਤਾ ਜਾਵੇ ਤਾਂ ਜੋ ਜਿਹੜੇ ਇੰਡੀਅਨ ਇੰਡਸਟਰੀਜ਼ ਆ ਉਹ ਕੀ ਆ ਗਲੋਬਲ ਜਿਹੜੀਆਂ ਇੰਡਸਟਰੀਜ਼ ਦੇ ਨਾਲ ਕੰਪੀਟ ਕਰ ਸਕਣ। ਨੈਕਸਟ ਇਜ਼ ਨੀਡ ਫੋਰ ਗਲੋਬਲਾਈਜੇਸ਼ਨ। ਫੋਰਨ ਕੈਪੀਟਲ ਇਨਫਲੋ ਨੂੰ ਇੰਡੀਆ ਦੇ ਵੱਲ ਅਟਰੈਕਟ ਕਰਨ ਦੇ ਲਈ ਇਹ ਜ਼ਰੂਰੀ ਸੀ ਕਿ ਡੋਮੈਸਟਿਕ ਇਕੋਨਮੀ ਨੂੰ ਫੋਰਨ ਐਂਟਰਪ੍ਰਾਈਜ਼ਸ ਦੇ ਲਈ ਓਪਨ ਕਰ ਦਿੱਤਾ ਜਾਵੇ। ਇਸ ਨਾਲ ਕੀ ਹੋਣਾ ਸੀ ਕਿ ਇਕੋਨਮੀ ਦੇ ਵਿੱਚ ਜਿਹੜੀ ਕੈਪੀਟਲ ਦੀ ਸ਼ਾਰਟੇਜ ਸੀ ਉਹ ਪ੍ਰੋਬਲਮ ਵੀ ਰਿਮੂਵ ਹੋ ਜਾਣੀ ਸੀ ਐਂਡ ਇਟ ਵਿਲ ਆਲਸੋ ਹੈਲਪ ਟੂ ਪ੍ਰਮੋਟ ਫੋਰਨ ਟਰੇਡ। ਇਸ ਤੋਂ ਇਲਾਵਾ ਗਲੋਬਲਾਈਜੇਸ਼ਨ ਦੇ ਨਾਲ ਜਿਹੜਾ ਇੰਡੀਅਨ ਬਿਜ਼ਨਸ ਨੂੰ ਇਹ ਹੈਲਪ ਮਿਲੀ ਕਿ ਉਸ ਦੇ ਨਾਲੋਂ ਕਿ ਜਿਹੜਾ ਆਪਣਾ ਬਿਜ਼ਨਸ ਸੀ ਉਹ ਐਕਸਪੈਂਡ ਕਰ ਸਕਦੇ ਸੀ ਅਦਰ ਨੇਸ਼ਨਸ ਦੇ ਵਿੱਚ ਵੀ। ਨੈਕਸਟ ਇਜ਼ ਪ੍ਰੈਜ਼ੈਂਟ ਰੈਲੀਵੈਂਸ ਆਫ ਇਕਨੋਮਿਕ ਪਲੈਨਿੰਗ with reference to privatization, liberalization and globalization. The relevancy of planning in India has changed. ਨਿਊ ਇਕਨੋਮਿਕ ਪੋਲਿਸੀਜ਼ ਤੋਂ ਬਾਅਦ ਜਿਹੜਾ ਪਲੈਨਿੰਗ ਕਮਿਸ਼ਨ ਦਾ ਜਿਹੜਾ ਰੋਲ ਸੀ ਉਹ ਕਾਫੀ ਚੇਂਜ ਹੋ ਗਿਆ, ਸਿਗਨੀਫਿਕੈਂਟਲੀ ਉਸ ਦੇ ਵਿੱਚ ਚੇਂਜ ਆਇਆ। In the present scenario, economic planning has following features. First point is indicative planning. From a highly centralized planning system, we are moving toward indicative planning. ਇੰਡੀਕੇਟਿਵ ਪਲੈਨਿੰਗ ਦੇ ਵਿੱਚ ਜਿਹੜਾ ਪਲੈਨਿੰਗ ਕਮਿਸ਼ਨ ਆ ਉਹ ਪ੍ਰਾਈਵੇਟ ਸੈਕਟਰ ਅਤੇ ਫੋਰਨ ਸੈਕਟਰ ਨੂੰ ਡਾਇਰੈਕਸ਼ਨਸ ਦਿੰਦਾ ਆ ਪਲੈਨਸ ਦੇ ਵਿੱਚ ਜਿਹੜੇ ਓਬਜੈਕਟਿਵਸ ਆ ਉਹਨਾਂ ਨੂੰ ਅਚੀਵ ਕਰਨ ਦੇ ਲਈ। ਇਸ ਦੇ ਲਈ ਜਿਹੜੀ ਗਵਰਨਮੈਂਟ ਆ ਜਾਂ ਪਲੈਨਿੰਗ ਕਮਿਸ਼ਨ ਆ ਉਹ ਪ੍ਰਾਈਵੇਟ ਸੈਕਟਰ ਅਤੇ ਫੋਰਨ ਐਂਟਰਪ੍ਰਾਈਜ਼ ਦੇ ਉੱਪਰ ਜਿਹੜੇ ਬਹੁਤ ਸਾਰੇ ਕੰਟਰੋਲਸ ਅਤੇ ਚੈੱਕਸ ਹੁੰਦੇ ਆ ਉਹਨਾਂ ਨੂੰ ਰਿਡਿਊਸ ਕੀਤਾ ਜਾਂਦਾ ਉਹਨਾਂ ਦੇ ਉੱਪਰ ਤਾਂ ਜੋ ਉਹਨਾਂ ਨੂੰ ਉਸ ਤੋਂ ਇਲਾਵਾ ਉਹਨਾਂ ਨੂੰ ਵੇਰੀਅਸ ਕੰਸੈਸ਼ਨ ਅਤੇ ਇਨਸੈਂਟਿਵਸ ਦਿੱਤੇ ਜਾਂਦੇ ਆ ਤਾਂ ਜੋ ਇਹ ਜਿਹੜੇ ਸੈਕਟਰ ਆ ਆਪਣੇ ਪਲਾਨ ਦੇ ਓਬਜੈਕਟਿਵਸ ਨੂੰ ਅਚੀਵ ਕਰਨ ਵਿੱਚ ਉਹਨਾਂ ਦੀ ਹੈਲਪ ਕਰ ਸਕਣ।
बट ईवन नाउ प्लैनिंग कमीशन प्राइवेट सैक्टर ते फॉरन एंटरप्राइजेस नू गाइड्स ते रेगूलेट भी करता है। नैक्सट इज़ कोआर्डिनेटिंग एजेंसी। प्लैनिंग कमीशन इज़ टू प्ले द रोल ऑफ कोआर्डिनेटिंग एजेंसी। ये कि पब्लिक सैक्टर ते प्राइवेट सैक्टर की एक्टिविटीज़ दे विच कोआर्डिनेट करता है प्लैनिंग कमीशन। नैक्सट इज़ एनश्योर ग्रोथ विद जस्टिस। प्लैनिंग कमीशन ये इंश्योर करता है कि जिहड़ा ग्रोथ का बेनीफिट्स आ ਉਹ सोसाइटी ਦੇ हर एक सैक्शन ਦੇ तक पहुँच सके। इट वर्क्स फॉर बैलेंस्ड रीजनल डेवलपमेंट, रिडक्शन इन इनकम इनइक्वालिटी and promoting social justice as to achieve inclusive growth. Next is resource allocator. ਉੱਪਰਲੇ ਸਾਰੇ ਫੰਕਸ਼ਨਸ ਤੋਂ ਇਲਾਵਾ ਜਿਹੜੇ ਇੱਕ ਪਲੈਨਿੰਗ ਕਮਿਸ਼ਨਸ ਆ ਰਿਸੋਰਸ ਐਲੋਕੇਟਰ ਦਾ ਵੀ ਕੰਮ ਕਰਦਾ ਹੈ। ਉਹ ਇਹ ਇਨਸ਼ੋਰ ਕਰਦਾ ਹੈ, ਹੈਲਪ ਕਰਦਾ ਆ ਰਿਸੋਰਸ ਨੂੰ ਐਲੋਕੇਟ ਕਰਨ ਦੇ ਲਈ ਡਿਫਰੈਂਟ ਸੈਕਟਰਸ ਦੇ ਵਿੱਚ ਹੈਲਪ ਕਰਦਾ ਰਿਸੋਰਸ ਨੂੰ ਪ੍ਰੋਪਰਲੀ ਐਲੋਕੇਟ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਪ੍ਰੋਪਰਲੀ ਅਤੇ ਫੁੱਲੀ ਯੂਜ਼ ਹੋ ਸਕੇ ਐਫੀਸ਼ੀਐਂਟਲੀ। ਨੈਕਸਟ ਇਜ਼ ਨੀਤੀ ਆਯੋਗ। In January 2015, the government replaced Planning Commission with a new institution named Niti Aayog, that is National Institution for Transforming India. 2015 जनवरी 2015 ਦੇ ਵਿੱਚ ਗਵਰਨਮੈਂਟ ਨੇ ਜਿਹੜਾ ਪਲੈਨਿੰਗ ਕਮਿਸ਼ਨ ਦੀ ਜਗ੍ਹਾ ਇੱਕ ਨਿਊ ਇੰਸਟੀਟਿਊਸ਼ਨ ਨੂੰ ਉਸਦੀ ਜਗ੍ਹਾ ਪਲੈਨਿੰਗ ਕਮਿਸ਼ਨ ਨੂੰ ਰਿਪਲੇਸ ਕਰਕੇ ਇੱਕ ਨਿਊ ਇੰਸਟੀਟਿਊਸ਼ਨ ਨੂੰ ਲਾਂਚ ਕੀਤਾ ਜਿਸ ਦਾ ਨਾਮ ਕੀ ਸੀ ਨੀਤੀ ਆਯੋਗ। ਇਹ ਜਿਹੜਾ ਯੋਗ ਸੀ ਇੱਕ ਥਿੰਕ ਟੈਂਕ ਦੀ ਤਰ੍ਹਾਂ ਐਕਟ ਕਰਦਾ ਸੀ। ਇਹ ਗਵਰਨਮੈਂਟ ਨੂੰ ਸੈਂਟਰਲ ਅਤੇ ਸਟੇਟ ਲੈਵਲ ਦੇ ਉੱਪਰ ਜਿਹੜੀ ਸਟ੍ਰੈਟਜੀ ਅਤੇ ਟੈਕਨੀਕਲ ਐਡਵਾਈਸ ਪ੍ਰੋਵਾਈਡ ਕਰਦਾ ਸੀ। ਨੀਤੀ ਆਯੋਗ ਦੇ ਵਿੱਚ ਜਿਹੜੀ ਸਟੇਟਸ ਨੂੰ ਜ਼ਿਆਦਾ ਇੰਪੋਰਟੈਂਸ ਅਤੇ ਫਰੀਡਮ ਦਿੱਤੀ ਜਾਂਦੀ ਆ। ਪਲੈਨਿੰਗ ਕਮਿਸ਼ਨ ਜਿਹੜਾ ਸੀ ਉਹ 1950 ਦੇ ਵਿੱਚ ਸੈਟਅਪ ਕੀਤਾ ਗਿਆ ਸੀਗਾ। ਬਟ ਪਲੈਨਿੰਗ ਕਮਿਸ਼ਨ ਦੇ ਵਿੱਚ ਜਿਹੜਾ ਰੋਲ ਆਫ ਸਟੇਟ ਗਵਰਨਮੈਂਟ ਸੀ ਉਹ ਬਹੁਤ ਹੀ ਲਿਮਿਟਡ ਸੀ। ਐਂਡ ਪਲੈਨਿੰਗ ਕਮਿਸ਼ਨ ਜਿਹੜਾ ਸੀ ਉਹ ਜਿਹੜੇ ਫਾਈਨੈਂਸ਼ੀਅਲ ਰਿਸੋਰਸ ਸੀ ਉਸ ਨੂੰ ਐਲੋਕੇਟ ਕਰਦਾ ਸੀ ਸੈਂਟਰਲ ਅਤੇ ਸਟੇਟ ਗਵਰਨਮੈਂਟ ਦੇ ਵਿੱਚ। ਬਟ ਨੀਤੀ ਆਯੋਗ ਸਿਰਫ ਸਟ੍ਰੈਟਜੀ ਅਤੇ ਟੈਕਨੀਕਲ ਐਡਵਾਈਸ ਪ੍ਰੋਵਾਈਡ ਕਰਦੀ ਹੈ ਸੈਂਟਰਲ ਅਤੇ ਸਟੇਟ ਗਵਰਨਮੈਂਟ ਨੂੰ ਅਤੇ ਐਂਡ ਕੋਈ ਵੀ ਰਿਸੋਰਸ ਐਲੋਕੇਟ ਨਹੀਂ ਕਰਦੀ ਸੈਂਟਰਲ ਅਤੇ ਸਟੇਟ ਗਵਰਨਮੈਂਟ ਦੇ ਵਿੱਚ। ਐਂਡ ਇਸ ਤੋਂ ਇਲਾਵਾ ਨੀਤੀ ਆਯੋਗ ਦੇ ਵਿੱਚ ਹੁਣ ਜਿਹੜਾ ਸਟੇਟ ਗਵਰਨਮੈਂਟਸ ਦੀ ਆ ਦੀ ਇੰਪੋਰਟੈਂਸ ਵੀ ਹੁਣ ਜ਼ਿਆਦਾ ਆ। ਬਟ ਜਿਹੜੀ ਪਲੈਨਿੰਗ ਕਮਿਸ਼ਨ ਸੀ ਉਸ ਦੇ ਵਿੱਚ ਜਿਹੜਾ ਸਟੇਟ ਗਵਰਨਮੈਂਟ ਦੀ ਜਿਹੜੀ ਪਾਵਰ ਬਹੁਤ ਲੈਸ ਸੀ ਇਨ ਡਿਜ਼ਾਈਨਿੰਗ ਸਟੇਟ ਪਲੈਨਸ, ਵਾਈਲ ਇਨ ਦੀ ਰਿਜ਼ਾਈਮ ਆਫ ਨੀਤੀ ਆਯੋਗ ਸਟੇਟਸ ਵਿਲ ਹੈਵ ਮੋਰ ਪਾਵਰ ਐਂਡ ਫਰੀडम ਇਨ ਫਰੇਮਿੰਗ ਦੇਅਰ ਸਟੇਟ ਪਲੈਨਸ। ਬਿਕੋਜ਼ ਕਿਉਂਕਿ ਹਰ ਇੱਕ ਸਟੇਟਸ ਦੀ ਇਕਨੋਮਿਕ, ਸੋਸ਼ਲ ਅਤੇ ਜਿਓਗ੍ਰਾਫਿਕਲ, ਡੈਮੋਗ੍ਰਾਫਿਕ ਫੀਚਰਸ ਜਿਹੜੀਆਂ ਪ੍ਰੋਬਲਮਸ ਅਤੇ ਪ੍ਰਾਇਓਰਿਟੀਜ਼ ਉਹ ਹੈਟਰੋਜੀਨੀਅਸ ਹੁੰਦੀਆਂ, ਮਤਲਬ ਕਿ ਅਲੱਗ-ਅਲੱਗ ਹੁੰਦੇ ਆ। ਸੋ ਐਵਰੀ ਸਟੇਟ ਮਸਟ ਹੈਵ ਪਾਵਰ ਟੂ ਡਿਜ਼ਾਈਨ ਪਲੈਨਸ ਅਕੋਰਡਿੰਗ ਟੂ ਇਟਸ ਪ੍ਰੋਬਲਮ ਐਂਡ ਰਿਕੁਆਇਰਮੈਂਟ ਐਂਡ ਰਿਸੋਰਸ। ਅਤੇ ਆਪਣੀ ਰਿਕੁਆਇਰਮੈਂਟ ਰਿਸੋਰਸ ਦੇ ਅਕੋਰਡਿੰਗ, ਆਪਣੀ ਪ੍ਰੋਬਲਮਸ ਦੇ ਅਕੋਰਡਿੰਗ ਆਪਣੇ ਪਲੈਨਸ ਨੂੰ ਡਿਜ਼ਾਈਨ ਕਰ ਸਕਦੀਆਂ ਕਿਉਂਕਿ ਨੀਤੀ ਆਯੋਗ ਦੇ ਵਿੱਚ ਸਟੇਟਸ ਨੂੰ ਵੀ ਉਨੀ ਹੀ ਪਾਵਰ ਦਿੱਤੀ ਜਾਂਦੀ ਹੈ। ਇਸ ਨੀਤੀ ਆਯੋਗ ਦੇ ਕਾਰਨ ਫਿਰ ਸੈਂਟਰਲ ਸਟੇਟ ਦੇ ਰਿਲੇਸ਼ਨ ਵਿੱਚ ਵੀ ਇੰਪਰੂਵ ਆਉਂਦਾ ਆ ਐਂਡ ਰਿਸੋਰਸ ਦਾ ਬੈਟਰ ਯੂਟੀਲਾਈਜੇਸ਼ਨ ਹੁੰਦਾ ਆ ਐਂਡ ਪ੍ਰੋਵਾਈਡ ਬੈਟਰ ਸੋਲਿਊਸ਼ਨ ਟੂ ਸਟੇਟ ਸਪੈਸੀਫਿਕ ਪ੍ਰੋਬਲਮਸ। ਨੀਤੀ ਆਯੋਗ ਸਪੈਸ਼ਲੀ ਉਸ ਸੈਕਸ਼ਨ ਆਫ ਸੁਸਾਇਟੀ ਨੂੰ ਸਪੈਸ਼ਲ ਅਟੈਂਸ਼ਨ ਦਿੰਦਾ ਆ ਜਿਸ ਨੂੰ ਕਿ ਇਕਨੋਮਿਕ ਪ੍ਰੋਗਰੈਸ ਦਾ ਐਡਿਕੁਏਟ ਬੈਨੀਫਿਟਸ ਨਹੀਂ ਮਿਲ ਪਾਉਂਦਾ। ਨੈਕਸਟ ਇਜ਼ objectives ਐਂਡ ਫੰਕਸ਼ਨਸ ਆਫ ਨੀਤੀ ਆਯੋਗ। ਜਿਹੜਾ ਨੀਤੀ ਆਯੋਗ ਆ ਉਹ ਨੈਸ਼ਨਲ ਡਿਵੈਲਪਮੈਂਟ ਪ੍ਰਾਇਓਰਿਟੀਜ਼ ਅਤੇ ਫਰੇਮ ਸਟ੍ਰੈਟਜੀਜ਼ ਨੂੰ ਡਿਟਰਮਿਨ ਕਰਦਾ ਹੈ ਵਿਦ ਦਾ ਐਕਟਿਵ ਇਨਵੋਲਵਮੈਂਟ ਆਫ ਸਟੇਟ ਕਿ ਸਟੇਟ ਦੀ ਹੈਲਪ ਦੇ ਨਾਲ ਉਹਨਾਂ ਪੋਲਿਸੀਜ਼ ਨੂੰ ਬਣਾਉਂਦਾ ਹੈ। ਇਟ ਵਿਲ ਆਲਸੋ ਡਿਜ਼ਾਈਨ ਏ ਨੈਸ਼ਨਲ ਏਜੰਡਾ ਫॉर द ਪ੍ਰਾਈਮ ਮਿਨਿਸਟਰ ਐਂਡ ਚੀਫ ਮਿਨਿਸਟਰ। ਨੀਤੀ ਆਯੋਗ ਦੇ ਵਿੱਚ ਸਟੇਟਸ ਨੂੰ ਵੀ ਇਕੁਅਲੀ ਇੰਪੋਰਟੈਂਸ ਦਿੱਤੀ ਜਾਂਦੀ ਆ ਟੂ ਫਾਰਮੂਲੇਟ ਅ ਪਲਾਨ, to develop mechanism to formulate plans at the village level and aggregate these plans progressively at high level of government। ਨੀਤੀ ਆਯੋਗ ਦੇ ਵਿੱਚ ਸਪੈਸ਼ਲ ਅਟੈਂਸ਼ਨ ਉਹਨਾਂ ਸੁਸਾਇਟੀਜ਼ ਨੂੰ, ਉਹਨਾਂ ਸੈਕਸ਼ਨ ਆਫ ਸੁਸਾਇਟੀ ਨੂੰ ਪੇ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਇਕਨੋਮਿਕ ਪ੍ਰੋਗਰੈਸ ਦਾ ਐਡਿਕੁਏਟ ਬੈਨੀਫਿਟਸ ਨਹੀਂ ਮਿਲ ਪਾਉਂਦਾ। ਨੀਤੀ ਆਯੋਗ ਸਟ੍ਰੈਟਜੀ ਨੂੰ ਡਿਜ਼ਾਈਨ ਕਰਦੀ ਹੈ, ਲੌਂਗ ਟਰਮ ਪੋਲਿਸੀਜ਼ ਨੂੰ, ਪ੍ਰੋਗਰਾਮਸ ਨੂੰ ਐਂਡ ਇਹਨਾਂ ਸਾਰੇ ਮੋਨੀਟਰਸ ਅਤੇ ਪ੍ਰੋਗਰੈਸ
ਐਂਡ ਇਹਨਾਂ ਸਾਰੇ ਪਲਾਨਸ ਤੇ ਪੋਲਿਸੀ ਦੀ ਪ੍ਰੋਗਰੈਸ ਨੂੰ ਰੈਗੂਲਰਲੀ ਮੋਨੀਟਰ ਕਰਦੀ ਆ। ਨੀਤੀ ਆਯੋਗ ਇਨਕਰਜ ਕਰਦਾ ਹੈ ਪਾਰਟੀਸਪੇਸ਼ਨ ਆਫ ਐਜੂਕੇਸ਼ਨਲ ਰਿਸਰਚ ਇੰਸਟੀਟਿਊਸ਼ਨਲਸ ਨੈਸ਼ਨਲ ਤੇ ਇੰਟਰਨੈਸ਼ਨਲ ਐਕਸਪਰਟਸ ਐਂਡ ਪਾਰਟੀਸਪੇਸ਼ਨਰ ਨੂੰ। ਇਹ ਇੰਟਰਸੈਕਟਰਲ ਤੇ ਇੰਟਰ ਡਿਪਾਰਟਮੈਂਟਲ ਇਸ਼ੂਜ਼ ਨੂੰ ਵੀ ਸੋਲਵ ਕਰਨ ਦੇ ਵਿੱਚ ਹੈਲਪ ਕਰਦਾ ਹੈ। ਨੀਤੀ ਆਯੋਗ ਫੋਕਸ ਕਰਦਾ ਹੈ ਟੈਕਨੋਲੋਜੀ ਅਪਗ੍ਰੇਸ਼ਨ ਤੇ ਐਂਡ ਕੈਪੈਸਿਟੀ ਬਿਲਡਿੰਗ ਤੇ ਫॉर ਬੈਟਰ ਇੰਪਲੀਮੈਂਟੇਸ਼ਨ ਆਫ ਡਿਵੈਲਪਮੈਂਟ ਪ੍ਰੋਗਰਾਮ। ਨੀਤੀ ਆਯੋਗ ਵਿਦ ਦੀ ਕੋਲੈਬੋਰੇਸ਼ਨ ਆਫ ਸਟੇਟ ਗਵਰਨਮੈਂਟ ਦੀ ਕੋਲੈਬੋਰੇਸ਼ਨ ਦੇ ਨਾਲ ਜਿਹੜੀਆਂ ਗਵਰਨਮੈਂਟ ਨੇ ਕੀ ਪ੍ਰੋਜੈਕਟਸ ਬਣਾਏ ਸੀ, ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਵੱਛ ਭਾਰਤ ਪ੍ਰੋਗਰਾਮ, ਉਹਨਾਂ ਨੂੰ ਮੋਨੀਟਰ ਕਰਦਾ ਹੈ ਅਤੇ ਉਹਨਾਂ ਸਾਰੀਆਂ ਕੀ ਪ੍ਰੋਜੈਕਟਸ ਨੂੰ ਇਵੈਲੂਏਟ ਕਰਦਾ। ਐਂਡ ਲਾਸਟ ਇਜ਼ ਟੂ ਅੰਡਰਟੇਕ ਅਦਰ ਐਕਟੀਵਿਟੀਜ਼ as may be necessary for better implementation of national development program and to achieve their objectives. Next is composition of ਨੀਤੀ ਆਯੋਗ। ਨੀਤੀ ਆਯੋਗ ਦਾ ਜਿਹੜਾ ਚੇਅਰਪਰਸਨ ਹੁੰਦਾ ਆ ਉਹ ਪ੍ਰਾਈਮ ਮਿਨਿਸਟਰ ਹੁੰਦਾ ਆ। ਵਾਈਸ ਚੇਅਰਪਰਸਨ ਇਜ਼ ਦਾ ਪ੍ਰੈਜੈਂਟਲੀ ਡਾਕਟਰ ਰਾਜੀਵ ਕੁਮਾਰ ਆ, ਉਸ ਨੂੰ ਅਪੋਇੰਟ ਕੌਣ ਕਰਦਾ ਬਾਈ ਪ੍ਰਾਈਮ ਮਿਨਿਸਟਰ। ਐਂਡ ਗਵਰਨਿੰਗ ਕਾਉਂਸਿਲ ਕੌਣ ਹੁੰਦਾ, ਚੀਫ ਮਿਨਿਸਟਰ ਜਿਹੜੇ ਸਟੇਟਸ ਦੇ ਹੁੰਦੇ ਆ। ਐਂਡ ਗਵਰਨਰ ਆਫ ਯੂਨੀਅਨ ਟੈਰੇਟਰੀਜ਼। ਰੀਜਨਲ ਕਾਉਂਸਿਲ ਦੇ ਵਿੱਚ ਹੁੰਦੇ ਆ ਫਾਰਮਡ ਔਨ ਨੀਡ ਬੇਸਿਸ, ਕੰਪਰਾਈਜ਼ਸ ਆਫ CMs ਐਂਡ ਲੇਟ ਗਵਰਨਰ ਆਫ ਰੀਜਨਸ ਐਂਡ ਰੀਜਨਸ ਦੇ ਜਿਹੜੇ ਗਵਰਨਰ ਹੁੰਦੇ ਆ। ਫੁੱਲ ਟਾਈਮ ਮੈਂਬਰਸ ਇਸ ਦੇ ਹੁੰਦੇ ਆ 3 ਮੈਂਬਰ ਹੁੰਦੇ ਆ। ਐਕਸ ਆਫਿਸੋ ਮੈਂਬਰਸ ਆਫ ਯੂਨੀਅਨ ਕਾਉਂਸਿਲ ਆਫ ਮਿਨਿਸਟਰ ਜੋ ਕਿ ਨੋਮੀਨੇਟਡ ਹੁੰਦੇ ਆ ਬਾਈ ਪ੍ਰਾਈਮ ਮਿਨਿਸਟਰ। ਐਂਡ ਸਪੈਸ਼ਲ ਇਨਵਿਟੀਜ਼ ਉਸ ਦੇ ਵਿੱਚ ਹੁੰਦੇ ਐਕਸਪਰਟਸ ਹੁੰਦੇ ਆ, ਸਪੈਸ਼ਲਿਸਟ ਹੋ ਗਏ, ਪ੍ਰੈਕਟੀਸ਼ਨਰਸ ਵਿਦ ਸਪੈਸੀਫਿਕ ਨੌਲੇਜ। ਐਂਡ ਚੀਫ ਐਗਜ਼ੀਕਿਊਟਿਵ ਆਫਿਸਰ ਹੁੰਦਾ ਆ ਫॉर ਫਿਕਸ ਟੈਨਿਓਰ ਦੇ ਲਈ ਹੁੰਦਾ ਆ, ਪਰਸਨ ਵਿਦ ਰੈਂਕ ਆਫ ਸੈਕਰੇਟਰੀ ਆਫ ਦਾ ਗਵਰਨਮੈਂਟ ਆਫ ਇੰਡੀਆ। ਐਂਡ ਸੈਕਟਰੀਏਟ ਹੁੰਦਾ ਐਜ਼ ਡੀਮਡ ਨੈਸੈਸਰੀ। ਨੈਕਸਟ ਇਜ਼ ਡਿਫਰੈਂਸ ਬਿਟਵੀਨ ਪਲੈਨਿੰਗ ਕਮਿਸ਼ਨ ਐਂਡ ਨੀਤੀ ਆਯੋਗ। ਪਲੈਨਿੰਗ ਕਮਿਸ਼ਨ ਨੂੰ ਰੀਸਟਰਕਚਰਡ ਐਂਡ ਉਸਦਾ ਨਵਾਂ ਨਾਮ ਰੱਖ ਦਿੱਤਾ ਗਿਆ ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ, ਦੈਟ ਇਜ਼ ਨੀਤੀ ਆਯੋਗ। Following are the main difference between ਨੀਤੀ ਆਯੋਗ and planning commission. First point is nature of work. ਜਿਹੜਾ ਨੀਤੀ ਆਯੋਗ ਆ ਉਹ ਸਿਰਫ ਇੱਕ ਐਡਵਾਈਜ਼ਰੀ ਬੋਡੀ ਦੀ ਤਰ੍ਹਾਂ ਕੰਮ ਕਰਦਾ ਆ। ਇਹ ਸਿਰਫ ਸਟ੍ਰੈਟੇਜਿਕ ਅਤੇ ਟੈਕਨੀਕਲ ਐਡਵਾਈਸ ਪ੍ਰੋਵਾਈਡ ਕਰਦਾ ਹੈ ਸੈਂਟਰਲ ਅਤੇ ਸਟੇਟ ਗਵਰਨਮੈਂਟ ਨੂੰ। ਇਸ ਦੇ ਕੋਲ ਪਾਵਰ ਨਹੀਂ ਹੁੰਦੀ ਕਿ ਉਹ ਫੰਡਸ ਨੂੰ ਐਲੋਕੇਟ ਕਰ ਸਕੇ ਸੈਂਟਰਲ ਅਤੇ ਸਟੇਟ ਗਵਰਨਮੈਂਟ ਦੇ ਵਿੱਚ। and this power will be vested in finance minister. planning commission ਜਿਹੜਾ ਕਿ ਉਹ ਫੰਡਸ ਨੂੰ ਐਲੋਕੇਟ ਕਰ ਸਕਦਾ ਸੀ ਸੈਂਟਰਲ ਤੇ ਸਟੇਟ ਗਵਰਨਮੈਂਟ ਦੇ ਵਿੱਚ। ਇਟ ਆਲਸੋ ਵਰਕਡ ਐਜ਼ ਐਡਵਾਈਜ਼ਰੀ ਬੋਡੀ। ਸੋ ਇਸ ਕਰਕੇ ਜਿਹੜਾ ਵਰਕ ਆਫ ਪਲੈਨਿੰਗ ਕਮਿਸ਼ਨ ਸੀ ਉਹ ਮੋਰ ਕੰਪ੍ਰੀਹੈਂਸਿਵ ਸੀ। ਨੈਕਸਟ ਇਜ਼ ਰੋਲ ਆਫ ਸਟੇਟ। ਨੀਤੀ ਆਯੋਗ ਦੇ ਵਿੱਚ ਜਿਹੜੀ ਸਟੇਟ ਗਵਰਨਮੈਂਟਸ ਦੇ ਰੋਲ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ। ਸਟੇਟ ਗਵਰਨਮੈਂਟ ਵਿਲ ਹੈਵ ਮੋਰ ਪਾਵਰ ਐਂਡ ਫਰੀਡਮ ਇਨ ਫਰੇਮਿੰਗ ਸਟੇਟ ਪਲੈਨਸ। ਬਟ ਸਟੇਟ ਗਵਰਨਮੈਂਟਸ ਜਿਹੜਾ ਪਲੈਨਿੰਗ ਕਮਿਸ਼ਨ ਦੇ ਵਿੱਚ ਜਿਹੜੀ ਉਸਦੀ ਪਾਵਰ ਬਹੁਤ ਹੀ ਘੱਟ ਸੀ। ਪਲੈਨਿੰਗ ਕਮਿਸ਼ਨ ਦੇ ਟਾਈਮ ਸਟੇਟ ਗਵਰਨਮੈਂਟਸ ਨੂੰ ਪਹਿਲਾਂ ਅਪਰੂਵਲ ਲੈਣੀ ਪੈਂਦੀ ਸੀਗੀ ਫॉर ਫਾਈਨਲਾਈਜ਼ਿੰਗ ਦੀਆਂ ਸਟੇਟ ਪਲੈਨਸ। ਨੈਕਸਟ ਇਜ਼ ਫੁੱਲ ਟਾਈਮ ਮੈਂਬਰਸ। ਫੁੱਲ ਟਾਈਮ ਮੈਂਬਰਸ ਨੀਤੀ ਆਯੋਗ ਦੇ ਵਿੱਚ ਐਜ਼ ਕੰਪੇਅਰ ਟੂ ਪਲੈਨਿੰਗ ਕਮਿਸ਼ਨ ਦੇ ਨਾਲੋਂ ਘੱਟ ਹੁੰਦੇ ਆ। ਬਟ ਪਲੈਨਿੰਗ ਕਮਿਸ਼ਨ ਦੇ ਵਿੱਚ ਕਿਉਂਕਿ ਇੱਕ ਲਾਰਜ ਬੋਡੀ ਇਸ ਲਈ ਉਸ ਦੇ ਵਿੱਚ ਫੁੱਲ ਟਾਈਮ ਮੈਂਬਰ ਜ਼ਿਆਦਾ ਹੁੰਦੇ ਆ। ਲਾਸਟ ਪਲੈਨਿੰਗ ਕਮਿਸ਼ਨ ਹੈਡ 8 ਫੁੱਲ ਟਾਈਮ ਮੈਂਬਰਸ। ਨੈਕਸਟ ਇਜ਼ ਪਾਰਟ ਟਾਈਮ ਮੈਂਬਰਸ। ਨੀਤੀ ਆਯੋਗ ਦੇ ਵਿੱਚ ਪਾਰਟ ਟਾਈਮ ਮੈਂਬਰਸ ਹੁੰਦੇ ਆ। ਇਹ ਹੋ ਸਕਦੇ ਲਾਈਕ ਯੂਨੀਵਰਸਿਟੀ, ਲੀਡਿੰਗ ਯੂਨੀਵਰਸਿਟੀਜ਼, ਰਿਸਰਚ ਇੰਸਟੀਟਿਊਸ਼ਨਸ ਔਰ ਐਕਸਪਰਟਸ ਵਿਦ ਸਪੈਸੀਫਿਕ ਨੌਲੇਜ। ਐਂਡ ਪਲੈਨਿੰਗ ਕਮਿਸ਼ਨ ਦੇ ਵਿੱਚ ਪਾਰਟ ਟਾਈਮ ਮੈਂਬਰਸ ਦੀ ਕੋਈ ਵੀ ਪ੍ਰੋਵੀਜ਼ਨ ਨਹੀਂ ਸੀ। ਨੈਕਸਟ ਇਜ਼ ਅਪੋਇੰਟਮੈਂਟ ਆਫ ਸੈਕਰੇਟਰੀ। ਮੈਂਬਰ ਸੈਕਰੇਟਰੀ ਵਿਲ ਬੀ ਨੋਨ ਐਜ਼ ਚੀਫ ਐਗਜ਼ੀਕਿਊਟਿਵ ਆਫਿਸਰ, ਜਿਸ ਨੂੰ ਕਿ ਅਪੋਇੰਟ ਕਰਦਾ ਸੀ ਨੀਤੀ ਆਯੋਗ ਦੇ ਵਿੱਚ ਬਾਏ ਪ੍ਰਾਈਮ ਮਿਨਿਸਟਰ। ਐਂਡ ਪਲੈਨਿੰਗ ਕਮਿਸ਼ਨ ਦੇ ਵਿੱਚ ਮੈਂਬਰਸ ਐਂਡ ਮੈਂਬਰ ਸੈਕਰੇਟਰੀ ਵਰ ਅਪੋਇੰਟਡ ਥਰੂ ਯੂਜ਼ੂਅਲ ਪ੍ਰੋਸੈਸ ਦੇ ਥਰੂ ਉਸ ਵਿੱਚ ਅਪੋਇੰਟ ਕੀਤੇ ਜਾਂਦੇ ਸੀ ਪਲੈਨਿੰਗ ਕਮਿਸ਼ਨ ਦੇ ਵਿੱਚ।